ਜਿਹੜਾ ਬੰਦਾ ਗੁਟਕਾ ਸਾਹਿਬ ਦੀ ਕਸਮ ਖਾ ਕੇ ਮੁੱਕਰ ਸਕਦਾ ਹੈ ਨਾ ਵੀ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ, ਅੱਜ ਤੱਕ ਉਸ ਬੰਦੇ ਤੋਂ ਸਵਾਹ ਨਹੀਂ ਉੱਡੀ। ਮੈਂ ਤਾਂ ਉਸ ਇਨਸਾਨ ਨੂੰ ਬੰਦਾ ਹੀ ਨਹੀਂ ਸਮਝਦੀ ਜੀ, ਮੈਂ ਤਾਂ ਉਹਨੂੰ ਗਧਿਆਂ ਦੀ ਗਿਣਤੀ 'ਚ ਸਮਝਦੀ ਹਾਂ। ਪਹਿਲਾਂ ਤਾਂ ਪਟਿਆਲੇ ਦੇ ਵਿੱਚ ਕੈਪਟਨ ਨੇ ਲਗਵਾਏ ਹੋਏ ਸੀ ਕਿ ਕੈਪਟਨ ਆ ਉਹ ਕਿਸਾਨਾਂ ਦਾ ਰਾਖਾ ਹੈ ਤੇ ਬਿੱਲ ਨੇ ਤੁਹਾਡੇ ਹੱਕ 'ਚ ਨੇ। ਜਦੋਂ ਪਤਾ ਲੱਗਿਆ ਕਿ ਹੁਣ ਕੰਮ ਬੱਸੋਂ ਬਾਹਰ ਹੋ ਗਿਆ, ਹੁਣ ਕਹਿੰਦੇ ਜੀ ਇਹ ਬਿੱਲ ਵਾਪਸ ਕਰਾਉਣ ਲਈ ਅਸੀਂ ਨਾਲ ਆ ਤੁਹਾਡੇ। ਸਰਕਾਰ ਚਾਲਬਾਜ਼ ਚਾਲਾਂ ਖੇਡਦੀ ਹੈ ਸਾਡੇ ਨਾਲ, ਔਰ ਅਸੀਂ ਬੇਵਕੂਫ ਬਣਾ ਕੇ ਬੇਵਕੂਫ ਲੋਕ ਆ ਜਿਹੜੇ ਫਿਰ ਵੀ ਇਹਨਾਂ ਨੂੰ ਵੋਟਾਂ ਪਾ ਰਹੇ ਹਾਂ। ਜਗ੍ਹਾ ਜਗ੍ਹਾ ਪੋਸਟਰ ਲਾਏ ਹੋਏ ਨੇ ਜੀ ਵੀ 9604 ਸਮਾਰਟ ਸਕੂਲ ਬਣ ਗਏ। ਸਮਾਰਟ ਸਕੂਲ ਅਸੀਂ ਕੀ ਕਰਨੇ ਨੇ ਜੇ ਉੱਥੇ ਟੀਚਰ ਹੀ ਨਾ ਪਹੁੰਚੇ? ਅਸੀਂ ਕੀ ਕਰਨਾ ਜੀ? ਕੋਵਿਡ ਕਰਕੇ ਸਕੂਲ ਬੰਦ ਨੇ, ਠੇਕੇ ਖੁੱਲੇ ਨੇ। ਨਰਿੰਦਰ ਮੋਦੀ ਦੀ ਮੈਂ ਗੱਲ ਕਰਾਂ, ਮੋਦੀ ਸਾਹਿਬ ਤਾਂ ਕਹਿੰਦੇ ਵੀ ਜਿਹੜੇ ਹੁਣ ਕਿਸਾਨ ਜਿਹੜੇ ਨੇ ਉਹ ਫਾਲਤੂ ਦੇ ਵਿੱਚ ਇੱਥੇ ਆਪਣੀ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਇੱਕ ਫੋਨ ਕਾਲ ਕਰਨ, ਇੱਕ ਮਿਸ ਕਾਲ ਕਰਨ, ਮੈਂ ਤਾਂ ਇੱਕ ਮਿਸ ਕਾਲ ਦੀ ਦੂਰੀ ਤੇ ਬੈਠਾ, ਤੇ ਫੋਨ ਕਾਲ ਕਿਉਂ ਨਹੀਂ ਕਰਦੇ? ਮੋਦੀ ਕਹਿੰਦੇ ਹੋ ਤੁਸੀਂ ਨਾ ਕਿ ਮੈਨੂੰ ਫੋਨ ਕਾਲ ਕਰਨ ਜਾਂ ਮਿਸ ਕਾਲ ਕਰਨ, ਕੋਈ ਨਿਆਣਾ ਨਹੀਂ ਹੈਗਾ ਮੋਦੀ, ਸਭ ਪਤਾ ਉਹਨੂੰ। ਤੁਹਾਨੂੰ ਲੱਗਦਾ ਵੀ ਅਸਲ ਦੇ ਵਿੱਚ ਕੋਈ ਕਰੋਨਾ ਹੈ ਵੀ ਜਾਂ ਸਿਰਫ ਇਹ ਕਾਗਜ਼ਾਂ ਦੇ ਵਿੱਚ ਦਿਖਾਤਾ? ਸਰਾਸਰ ਇਹ ਪਖੰਡ ਹੈ ਜੀ, ਕੋਈ ਕਰੋਨਾ ਨਹੀਂ ਹੈਗਾ, ਇਹ ਸਿਰਫ ਕਿਸਾਨਾਂ ਨੂੰ ਉੱਥੋਂ ਉਠਾਉਣ ਦੀਆਂ ਚਾਲਾਂ ਨੇ। ਜਿੱਥੇ 50 ਵਿਆਹ 'ਚ 50 ਬੰਦੇ ਪਹੁੰਚ ਗਏ, ਉੱਥੇ ਕਰੋਨਾ ਨਹੀਂ ਹੈਗਾ। ਜਿੱਥੇ 51ਵਾਂ ਬੰਦਾ ਸ਼ਾਮਿਲ ਹੋ ਗਿਆ, ਉੱਥੇ ਕਰੋਨਾ ਜੂ ਨਾਲ ਦੀ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਕਿਸਾਨ ਮਹਾ ਸੰਘਰਸ਼ ਦੀ ਗੱਲ ਜੇ ਮੈਂ ਕਰਾਂ ਤਾਂ ਤਕਰੀਬਨ 120 ਦਿਨ ਜਿਹੜੇ ਨੇ ਉਹ ਤਕਰੀਬਨ ਹੋਣ ਵਾਲੇ ਨੇ। 26 ਤਰੀਕ ਹੈ ਕੱਲ੍ਹ, ਤੇ 4 ਮਹੀਨੇ ਹੋ ਜਾਣੇ ਨੇ ਵੀ ਦਿੱਲੀ ਦੀਆਂ ਬਰੂਹਾਂ ਤੇ ਦਿੱਲੀ ਦੀਆਂ ਹਿੱਕਾਂ ਤੇ ਜਿਹੜੇ ਨੇ ਕਿਸਾਨ ਡਟੇ ਹੋਏ ਨੇ, ਬਾਰਡਰਾਂ ਤੇ ਡਟੇ ਹੋਏ ਨੇ। ਪਰ ਹਜੇ ਤੱਕ ਵੀ ਜਿਹੜੀ ਸਰਕਾਰ ਪਿਘਲਦੀ ਨਜ਼ਰ ਨਹੀਂ ਆ ਰਹੀ। ਕਿਸਾਨੀ ਸੰਘਰਸ਼ ਲੈ ਲਈਏ ਜਾਂ ਕਹਿ ਸਕਦੇ ਹਾਂ ਵੀ ਜਿਹੜੀ ਕੋਵਿਡ ਮਹਾਮਾਰੀ ਚੱਲ ਰਹੀ ਆ, ਵੀ ਇਹਦੀ ਗੱਲ ਕਰ ਲਈਏ, ਇਹਦੇ ਉੱਤੇ ਗੱਲਬਾਤ ਕਰਨ ਲਈ ਆਪਣੇ ਬੇਬਾਕ ਤਰੀਕੇ ਦੇ ਨਾਲ ਬੋਲਣ ਵਾਲੇ ਜਸਲੀਨ ਪਟਿਆਲਾ ਜੀ ਸਾਡੇ ਨਾਲ ਮੌਜੂਦ ਰਹਿਣਗੇ, ਜੋ ਕਿ ਇਸੇ ਕਰਕੇ ਮਸ਼ਹੂਰ ਹੋਏ ਸੀ ਕਿਉਂਕਿ ਬੇਬਾਕ ਬੋਲਦੇ ਨੇ, ਕਿਸੇ ਦਾ ਡਰ ਨਹੀਂ ਰੱਖਦੇ। ਜੋ ਬੋਲਣਾ ਆ ਉਸੇ ਦਾ ਕੈਮਰੇ ਤੇ ਹੋਵੇ ਚਾਹੇ ਮੂੰਹ ਤੇ ਹੋਵੇ ਸਿੱਧਾ ਬੋਲ ਦਿੰਦੇ ਨੇ। ਸਾਡੇ ਨਾਲ ਜਸਲੀਨ ਜੀ ਨੇ। ਜਸਲੀਨ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਭ ਤੋਂ ਪਹਿਲਾ ਸਵਾਲ ਆਪਾਂ ਸਿੱਧਾ ਸਵਾਲ ਤੇ ਆਵਾਂਗੇ ਕਿ ਦੇਖੀ ਕਿਸਾਨੀ ਸੰਘਰਸ਼ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਮਾਂ ਲੰਬਾ ਹੋ ਗਿਆ, 120 ਦਿਨ ਜਿਹੜੇ ਤਕਰੀਬਨ ਹੋ ਚੁੱਕੇ ਨੇ, ਸਰਕਾਰ ਪਿਘਲ ਨਹੀਂ ਰਹੀ। ਪਰ ਮੈਂ ਸਵਾਲ ਮੇਰਾ ਇਹ ਹੋਊਗਾ ਵੀ ਹੁਣ 2022 ਦੀਆਂ ਚੋਣਾਂ ਕੋਲ ਨੇ, ਸਿਆਸੀ ਪਾਰਟੀਆਂ ਦੇਖੀਏ, ਚਾਹੇ ਆਮ ਆਦਮੀ ਹੈ, ਬੀਜੇਪੀ ਹੈ, ਸ਼੍ਰੋਮਣੀ ਅਕਾਲੀ ਦਲ ਹੈ ਜਾਂ ਕਾਂਗਰਸ ਹੈ, ਹੁਣ ਸਾਰੀਆਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ 22 ਦੀਆਂ ਚੋਣਾਂ ਨੂੰ ਨਜ਼ਰ ਦੇ ਵਿੱਚ ਲਿਆਉਂਦੇ ਹੋਏ ਇੱਕ ਕਿਸਾਨੀ ਸੰਘਰਸ਼ ਦੇ ਵਿੱਚ ਸ਼ਮੂਲੀਅਤ ਦੇ ਰਹੀਆਂ ਨੇ? ਬਿਲਕੁਲ ਜੀ, ਬਿਲਕੁਲ। ਇਹਨਾਂ ਲੋਕਾਂ ਨੇ ਹੀ ਪਹਿਲਾਂ ਬਿੱਲ ਪਾਸ ਕਰਾਇਆ, ਮੰਤਰੀਆਂ ਨੇ, ਹਨਾ, ਤੇ ਹੁਣ ਅੱਜ ਕਹਿੰਦੇ ਨੇ ਜੀ ਇਹ ਬਿੱਲ ਖਿਲਾਫ ਆ। ਤੁਸੀਂ ਪਹਿਲਾਂ ਖੁਦ ਦੇਖਿਆ ਹੋਣਾ, ਪਟਿਆਲੇ ਦੇ ਵਿੱਚ ਮੈਂ ਰਹਿੰਦੀ ਹਾਂ ਜੀ, ਪਹਿਲਾਂ ਤਾਂ ਪਟਿਆਲੇ ਦੇ ਵਿੱਚ ਕੈਪਟਨ ਨੇ ਲਗਵਾਏ ਹੋਏ ਸੀ ਕਿ ਕੈਪਟਨ ਆ ਉਹ ਕਿਸਾਨਾਂ ਦਾ ਰਾਖਾ ਹੈ ਤੇ ਇਹ ਬਿੱਲ ਨੇ ਤੁਹਾਡੇ ਹੱਕ 'ਚ ਨੇ। ਜਦੋਂ ਪਤਾ ਲੱਗਿਆ ਕਿ ਹੁਣ ਕੰਮ ਬੱਸੋਂ ਬਾਹਰ ਹੋ ਗਿਆ, ਹੁਣ ਕਹਿੰਦੇ ਜੀ ਇਹ ਬਿੱਲ ਵਾਪਸ ਕਰਾਉਣ ਲਈ ਅਸੀਂ ਨਾਲ ਆ ਤੁਹਾਡੇ। ਸਹੀ ਗੱਲ ਆ ਜੀ, ਸਰਕਾਰ ਚਾਲਬਾਜ਼ ਚਾਲਾਂ ਖੇਡਦੀ ਹੈ ਸਾਡੇ ਨਾਲ, ਔਰ ਅਸੀਂ ਬੇਵਕੂਫ ਬਣਾ ਕੇ ਬੇਵਕੂਫ ਲੋਕ ਆ ਜਿਹੜੇ ਫਿਰ ਵੀ ਇਹਨਾਂ ਨੂੰ ਵੋਟਾਂ ਪਾ ਰਹੇ ਹਾਂ, ਜਦ ਸਾਨੂੰ ਪਤਾ ਹੈ ਕਿ ਇਹਨਾਂ ਨੇ ਸਾਡੇ ਲਈ ਕੁਝ ਕੀਤਾ ਹੀ ਨਹੀਂ। ਜਿਹੜਾ ਬੰਦਾ, ਤੁਸੀਂ ਦੇਖੋ ਜੇ ਸੈਂਟਰ ਸਰਕਾਰ ਦੀ ਗੱਲ ਕਰੀ ਜਾਵੇ, ਤੁਹਾਨੂੰ ਬੁਲਟ ਟ੍ਰੇਨ ਦੇ ਸੁਪਨੇ ਦਿਖਾ ਕੇ ਨਾ ਰੇਲਵੇ ਨੂੰ ਵੇਚਤਾ। ਸੱਚ ਹੈ ਜੀ, ਰੇਲਵੇ ਨੂੰ ਵੇਚਦਾ ਨਾ। ਤੇ ਜਦੋਂ 2012-14 ਦੇ ਵਿੱਚ ਨਾ ਕਾਂਗਰਸ ਸਰਕਾਰ ਹੁੰਦੀ ਸੀਗੀ, ਮੈਂ ਕਾਂਗਰਸ ਦੀ ਹਮਾਇਤ ਨਹੀਂ ਕਰ ਰਹੀ, ਜਸਟ ਗੱਲ ਕਰ ਰਹੀ ਹਾਂ ਇਸ ਟਾਈਮ, ਕਿ ਉਹ ਨਾ ਹੋ ਗਿਆ ਪੈਟਰੋਲ 62 ਰੁਪਏ ਲੀਟਰ ਕਰਤਾ ਇਹਨਾਂ ਨੇ, 2-3 ਰੁਪਏ ਵੱਧ ਗਿਆ। ਦਿੱਲੀ ਦੇ ਵਿੱਚ ਜੀ ਉਹ ਪਿੱਟ ਸਿਆਪਾ ਕੀਤਾ ਸਿਲੰਡਰਾਂ ਪਿੱਛੇ ਜੀ, ਗੈਸ। ਉਹ ਸਮਿਤੀ ਹੁਣ ਕਿੱਥੇ ਮਰ ਗਈ? ਉਹ ਸਮਿਤੀ ਕੀ ਨਾਮ ਸੀ ਉਹਦਾ? ਹਾਂ, ਉਹ ਪਤਾ ਨਹੀਂ ਹੁਣ ਕਿੱਥੇ ਮਰ ਗਈ ਜਾ ਕੇ। ਹੁਣ ਕਿਉਂ ਨਹੀਂ ਬੋਲਦੇ ਜਦੋਂ 92 ਰੁਪਏ ਲੀਟਰ ਹੋ ਗਿਆ? ਅੱਜ 92 ਰੁਪਏ 95 ਪੈਸੇ ਪੈਟਰੋਲ ਦਾ ਰੇਟ ਆ, ਤੇ 850 ਰੁਪਏ ਗੈਸ ਸਿਲੰਡਰ ਦਾ ਰੇਟ ਆ। 750 ਰੁਪਏ ਸਰਕਾਰ ਬੁਢਾਪਾ ਪੈਨਸ਼ਨ ਦਿੰਦੀ, ਉਹ ਵੀ 4-4 ਮਹੀਨੇ ਦਿੰਦੀ। ਹੁਣ ਉਹ ਬੰਦਾ ਕੀ ਰੋਟੀ ਖਾਊਗਾ, ਕੀ ਪਕਾਊਗਾ, ਕੀ ਖਾਊਗਾ? ਇਸ ਗੱਲ ਦਾ ਸਾਡੇ ਕੋਲ ਜਵਾਬ ਹੀ ਨਹੀਂ ਹੈਗਾ ਇਸਦਾ। ਅੱਛਾ, ਸ਼੍ਰੋਮਣੀ ਅਕਾਲੀ ਦਲ ਦੀ ਜੇ ਮੈਂ ਗੱਲ ਕਰਾਂ, ਸੁਖਬੀਰ ਸਿੰਘ ਬਾਦਲ ਜੀ ਆਪਣੀ ਜਿਹੜੀ ਅਕਸਰ ਰੈਲੀ ਦੇ ਵਿੱਚ ਆਪਾਂ ਚੱਲਦੇ ਗੱਲ ਕਰਦੇ, ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਰੈਲੀ ਦੇ ਵਿੱਚ ਇਹੀ ਕਿਹਾ, ਕਹਿੰਦੇ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਜਿਹੜੇ ਸਾਰੇ ਜਿਹੜੇ ਨੇ ਕਿਸਾਨਾਂ ਦੇ ਜਿਹੜੇ ਨੇ, ਆਪਾਂ ਕਹਿ ਸਕਦੇ ਵੀ ਜਿਹੜੇ ਐਡਾ ਵੱਡਾ ਕਰਜ਼ਾ ਹੋਇਆ ਪਿਆ ਕਿਸਾਨਾਂ ਦੇ ਸਿਰ ਤੇ, ਇਹ ਬਹੁਤ ਵੱਡਾ ਪੰਜਾਬ ਦੇ ਉੱਤੇ ਸਿਰ ਦੇ ਕਰਜ਼ਾ ਹੈ ਕਿਸਾਨੀ ਦਾ, ਉਹ ਸਾਰੇ ਮਾफ़ ਕਰ ਦੂੰਗਾ, ਬਿਜਲੀ ਦੇ ਬਿੱਲ ਅੱਧੇ ਕਰ ਦੂੰਗਾ, ਜਿਹੜੇ SC ਬੱਚੇ ਪੜ੍ਹਦੇ ਨੇ ਉਹਨਾਂ ਦੀ ਸਕਾਲਰਸ਼ਿਪ ਫ੍ਰੀ ਕਰ ਦੂੰਗਾ। ਦੇਖੋ, ਸਰਕਾਰ ਦਾਅਵੇ ਕਰਦੀ ਆ, ਕੁਝ ਵੀ ਨਹੀਂ ਹੁੰਦਾ ਹੈਗਾ। ਤੁਸੀਂ ਆਪ ਖੁਦ ਦੇਖਿਆ ਕਿ 4 ਸਾਲ ਪੰਜਾਬ ਸਰਕਾਰ ਨੂੰ ਲੰਘ ਚੁੱਕੇ ਨੇ, ਔਰ ਪੰਜਾਬ ਸਰਕਾਰ ਦੇ ਕੋਈ 4 ਦਾਅਵੇਦਾਰ ਕੰਮ ਗਣਾਏ ਜਾਣ ਜਿਹਦੇ ਤੇ ਸਰਕਾਰ ਨੇ ਕੋਈ 4 ਡਟ ਕੇ ਕੰਮ ਕੀਤਾ ਹੋਵੇ।
ਕੋਈ ਐਸਾ ਕੰਮ ਨਹੀਂ ਹੈਗਾ। ਚਾਹੇ ਨਸ਼ਿਆਂ ਨੂੰ ਲੈ ਕੇ ਹੋ ਗਿਆ ਨਾ, ਚਾਹੇ ਸਾਡੀ ਸਿੱਖਿਆ ਨੂੰ ਲੈ ਕੇ ਗਿਆ, ਸਮਾਰਟ ਸਕੂਲ ਬਣਾਤੇ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਜਗ੍ਹਾ ਜਗ੍ਹਾ ਪੋਸਟਰ ਲਾਏ ਹੋਏ ਨੇ ਜੀ ਵੀ 9604 ਸਮਾਰਟ ਸਕੂਲ ਬਣ ਗਏ। ਸਮਾਰਟ ਸਕੂਲ ਅਸੀਂ ਕੀ ਕਰਨੇ ਨੇ ਜੇ ਉੱਥੇ ਟੀਚਰ ਹੀ ਨਾ ਪਹੁੰਚੇ? ਸਰਕਾਰ ਕੋਲ ਟੀਚਰ ਹੀ ਨਹੀਂ ਹੈਗੇ, ਅਸੀਂ ਕੀ ਕਰਨਾ ਜੀ? ਕੋਵਿਡ ਕਰਕੇ ਸਕੂਲ ਬੰਦ ਨੇ, ਠੇਕੇ ਖੁੱਲੇ ਨੇ, ਅਸੀਂ ਕੀ ਕਰਨੇ ਨੇ ਸਮਾਰਟ ਸਕੂਲ ਜਦੋਂ ਸਮਾਰਟ ਸਕੂਲ ਹੀ ਬੰਦ ਪਏ ਨੇ ਇਸ ਟਾਈਮ? ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ ਜੀ। ਹੁਣ ਸਰਕਾਰ ਨੇ ਬਜਟ ਪੇਸ਼ ਕੀਤਾ, ਮਨਪ੍ਰੀਤ ਸਿੰਘ ਬਾਦਲ ਨੇ ਨਾ, ਉਸ ਬਜਟ ਵਿੱਚ ਸਾਨੂੰ ਕੀ ਕੀਤਾ ਕਿ ਆਖੇ ਜੀ 5100 ਰੁਪਈਆ ਕੁੜੀਆਂ ਨੂੰ ਪੈਨਸ਼ਨ ਉਹ ਦੇ ਦਾਂਗੇ ਅਸੀਂ ਜਦੋਂ ਸ਼ਗਨ ਸਕੀਮ ਹੋਊਗੀ ਜੀ, ਜਿਹੜੀਆਂ ਮਹਿਲਾਵਾਂ ਦਾ ਕਿਰਾਇਆ ਫ੍ਰੀ ਕਰ ਦਾਂਗੇ ਜੀ। ਐਸਾ ਕੁਝ ਨਹੀਂ ਜੀ, ਉਹ ਵੀ ਜੇ 1 ਜੁਲਾਈ ਤੋਂ ਕਰਨਗੇ। ਇਹਨਾਂ ਨੂੰ ਪਤਾ ਵੀ ਜੁਲਾਈ, ਅਗਸਤ, ਸਤੰਬਰ 2 ਮਹੀਨੇ ਅਸੀਂ ਵੈਸੇ ਲੰਘਾ ਦੇਣੇ ਦੇ, ਕਰਦੇ ਲਾਗੂ ਕਰਦੇ ਉਹਦੇ ਤੋਂ ਬਾਅਦ ਇਹਨਾਂ ਨੂੰ ਚੋਣ ਜ਼ਾਬਤਾ ਲੱਗ ਜਾਣਾ ਜੀ, ਫਿਰ ਠੰਠਨ ਗੋਪਾਲ। ਅੱਛਾ, ਜੇ ਮੈਂ ਨਰਿੰਦਰ ਮੋਦੀ ਦੀ ਮੈਂ ਗੱਲ ਕਰਾਂ, ਮੋਦੀ ਸਾਹਿਬ ਤਾਂ ਕਹਿੰਦੇ ਵੀ ਜਿਹੜੇ ਹੁਣ ਕਿਸਾਨ ਜਿਹੜੇ ਨੇ ਉਹ ਫਾਲਤੂ ਦੇ ਵਿੱਚ ਇੱਥੇ ਆਪਣੀ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਵੀ ਮੈਨੂੰ ਇੱਕ ਫੋਨ ਕਾਲ ਕਰਨ, ਇੱਕ ਮਿਸ ਕਾਲ ਕਰਨ, ਮੈਂ ਤਾਂ ਇੱਕ ਮਿਸ ਕਾਲ ਦੀ ਦੂਰੀ ਤੇ ਬੈਠਾ, ਫਿਰ ਫੋਨ ਕਾਲ ਕਿਉਂ ਨਹੀਂ ਕਰਦੇ? ਦੇਖੋ, ਜਿਹੜਾ ਮੋਦੀ ਕਹਿੰਦੇ ਹੋ ਤੁਸੀਂ ਨਾ ਕਿ ਮੈਨੂੰ ਫੋਨ ਕਾਲ ਕਰਨ ਜਾਂ ਮਿਸ ਕਾਲ ਕਰਨ, ਕੋਈ ਨਿਆਣਾ ਨਹੀਂ ਹੈਗਾ ਮੋਦੀ, ਸਭ ਪਤਾ ਉਹਨੂੰ ਕਿ ਮੇਰੀ ਜਾਨ ਨੂੰ ਰੋ ਰਹੇ ਨੇ ਨਾ। ਤੇ ਡਿਜੀਟਲ ਇੰਡੀਆ ਕਹਿ ਰਹੇ ਆ ਨਾ, ਉਹ ਇੰਡੀਆ ਜਿੱਥੇ ਕੋਈ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹ ਸੇਫ ਨਹੀਂ ਹੈਗੀਆਂ, 5 ਸਾਲ ਦੀ ਬੱਚੀ ਨਾਲ ਰੇਪ ਹੋ ਜਾਂਦਾ ਏ। ਉਹ ਮੈਂ ਭਾਰਤ ਦੀ ਗੱਲ ਕਰਾਂ, ਭਾਰਤ ਮਹਾਨ ਦੀ ਗੱਲ ਕਰਾਂ, ਜਿੱਥੇ ਮੇਰੀ ਕੋਈ ਸੇਫਟੀ ਉਹ ਨਹੀਂ ਹੈਗੀ ਕਿਸੇ ਦੀ। ਰਾਤ ਨੂੰ ਕੋਈ ਕੁੜੀ ਜਾਵੇ ਨਾ, ਸਾਡੇ ਹੀ ਕੁਛ ਯੂਥ ਦੇ ਮੈਂਬਰ, ਯੂਥ ਦੇ ਕਹਿ ਲੂੰ, ਚਾਮਲੇ ਹੋਏ ਮੁੰਡੇ ਕਹਿ ਲੂੰ, ਬਦਮਾਸ਼, ਜਿਹੜੇ ਕਿ ਕੁੜੀ ਨੂੰ ਚੱਕ ਕੇ ਉਹਦੇ ਨਾਲ ਰੇਪ ਕਰ ਦਿੰਦੇ ਨੇ ਜੀ। ਉਹ ਡਿਜੀਟਲ ਇੰਡੀਆ, ਉਹ ਦੂਰੀ ਤੇ ਬੈਠਾ ਏ। ਕਿਸੇ ਦੀ ਕੁੜੀ ਦੇ ਕੋਈ ਆਫਤ ਆ ਜਾਵੇ, ਉਹ ਫੋਨ ਕਰੇ ਕਹੇ ਮੋਦੀ ਨੂੰ ਮੈਨੂੰ ਆ ਕੇ ਜਾਨ ਬਚਾ ਲਾ, ਜਾਨੂ ਅਗਲੀ ਨਾਲ ਸਭ ਕੁਝ ਹੋ ਜਾਂਦਾ ਜੀ। ਉਹ ਇੰਡੀਆ ਮੇਰਾ, ਉਹ ਭਾਰਤ। ਸ਼ਰਮ ਆਉਂਦੀ ਹੈ ਜੀ ਮੈਨੂੰ, ਲਾਹਨਤ। ਅੱਛਾ, ਕੋਵਿਡ ਦੀ ਹੁਣ ਮਹਾਮਾਰੀ ਚੱਲ ਰਹੀ ਹੈ, ਆਪਾਂ ਅਕਸਰ ਦੇਖਦੇ ਹਾਂ ਬਹੁਤ ਵੱਡਾ ਤਕਰੀਬਨ ਸਾਲ ਹੋ ਗਿਆ, ਸਾਲ ਬਾਅਦ ਵੀ ਜੇ ਆਪਾਂ ਕੁਝ ਖੱਟਿਆ ਤਾਂ ਮੈਨੂੰ ਤਾਂ ਲੱਗਦਾ ਕੁਝ ਨਹੀਂ ਖੱਟਿਆ, ਕਿਉਂਕਿ ਬਿਮਾਰੀ ਫੇਰ ਤੋਂ ਵਾਪਸ ਆ ਗਈ। ਕਹਿੰਦੇ ਜਿਹੜਾ ਸੈਕਿੰਡ ਸਟ੍ਰੇਨ ਸੀ ਉਹ ਸ਼ੁਰੂ ਹੋ ਚੁੱਕਾ ਹੈ ਦੁਬਾਰਾ, ਫੇਰ ਤੋਂ ਜਿਹੜੀਆਂ ਨੇ ਉਹੀ ਸਖਤ ਹਦਾਇਤਾਂ, ਸਖਤ ਜਿਹੜੇ ਨਿਯਮ ਸੀ ਲਾਗੂ ਕਰਤੇ, ਰਾਤ ਨੂੰ ਕਰਫਿਊ ਹੋ ਚੁੱਕਾ ਆ, ਮਾਸਕ ਦਾ ਹੁਣ ਬਹੁਤ ਜਿਹੜਾ ਲੋਕਾਂ ਦੇ ਵਿੱਚ ਡਰ ਪੈਦਾ ਤਾ। ਤੁਹਾਨੂੰ ਲੱਗਦਾ ਵੀ ਅਸਲ ਦੇ ਵਿੱਚ ਕੋਈ ਕਰੋਨਾ ਹੈ ਵੀ, ਜਾਂ ਸਿਰਫ ਇਹ ਕਾਗਜ਼ਾਂ ਦੇ ਵਿੱਚ ਦਿਖਾਤਾ? ਪਹਿਲੀ ਗੱਲ, ਕੋਈ ਕਰੋਨਾ ਨਹੀਂ ਹੈਗਾ। ਦੂਜੀ ਗੱਲ, ਜਿਹੜਾ ਹੈ ਨਾ ਅਸੀਂ ਕਹਿੰਦੇ ਆ ਵੀ ਇਹਨਾਂ ਨੇ ਕਹਿੰਦੇ ਕਿ ਵੈਕਸੀਨੇਸ਼ਨ ਕਰਾਓ, ਵੈਕਸੀਨੇਸ਼ਨ ਆ ਗਈ। ਮੈਨੂੰ ਇੱਕ ਗੱਲ ਦੱਸੋ, ਇਹੋ ਜਿਹੀ ਵੈਕਸੀਨੇਸ਼ਨ ਦਾ ਫਾਇਦਾ ਹੀ ਕੀ ਆ ਜੇ ਸਾਨੂੰ ਕਰੋਨਾ ਦਾ ਡਰ ਅੱਜ ਵੀ ਖਾ ਰਿਹਾ? ਜੇ ਸਾਨੇ ਅੱਜ ਵੀ ਮਾਸਕ ਲਾ ਕੇ ਘੁੰਮਣਾ, ਸਭ ਕੁਝ ਕਰਨਾ, ਫਿਰ ਅਸੀਂ ਵੈਕਸੀਨੇਸ਼ਨ ਤੋਂ ਕੀ ਕਰਾਉਣਾ? ਇਹ ਸਭ ਇੱਕ ਕਿਸਾਨਾਂ ਨੂੰ ਉੱਥੋਂ ਉਠਾਉਣ ਦੀਆਂ ਚਾਲਾਂ ਨੇ ਜੀ, ਸਰਕਾਰ ਖੇਡ ਰਹੀ। ਹੁਣ ਸਰਕਾਰ ਨੂੰ ਅੱਜ ਵੈਕਸੀਨੇਸ਼ਨ ਜ਼ਿਆਦਾ ਆ ਗਈ। ਮੈਨੂੰ ਇੱਕ ਗੱਲ ਦੱਸੋ, ਅੱਜ ਦੀ ਉਹ ਗੱਲ ਦੱਸ ਰਹੀ ਹਾਂ। ਪਹਿਲਾਂ ਤਾਂ ਮੈਨੂੰ ਇੱਕ ਮੁਲਾਜ਼ਮ ਨੇ ਰੋਕਿਆ, ਉਹ ਕਹਿ ਰਹੇ ਕਿ ਬੀਬੀ ਮਾਸਕ ਨਹੀਂ ਲਾਇਆ ਤੁਸੀਂ। ਮੈਂ ਕਿਹਾ ਜਨਾਬ, ਮੈਂ ਕਿਹਾ ਸਰ ਵੀ ਜਿਹੜਾ ਕਰੋਨਾ ਮੇਰੀ 3 ਮੀਟਰ ਦੀ ਚੁੰਨੀ 'ਚ ਨਹੀਂ ਰੁਕਿਆ, ਉਹ ਇੰਨੇ ਕੁ ਮਾਸਕ ਨਾਲ ਰੁਕ ਜੂਗਾ? ਰੁਕ ਜੂਗਾ? ਨਹੀਂ ਰੁਕ ਸਕਦਾ। ਦੂਜੀ ਗੱਲ, ਅਜੇ ਮੈਂ ਬੱਤੀਆਂ 'ਚ ਥੋੜ੍ਹੀ ਅੱਗੇ ਗਈ, ਕੀ ਹੋਇਆ, ਅਚਾਨਕ ਬੱਤੀਆਂ ਖਰਾਬ ਹੋ ਗਈਆਂ ਤੇ ਇੱਕ ਮੁਲਾਜ਼ਮ ਸੀ ਜਿਹੜਾ ਉਹ ਬੱਤੀਆਂ 'ਚ ਖੜਾ ਸੀ ਤੇ ਉਹ ਟ੍ਰੈਫਿਕ ਨੂੰ ਲੰਘਾ ਰਿਹਾ ਸੀ ਤੇ ਉਹਨੇ ਹੁਣ ਮਾਸਕ ਮੂੰਹ ਤੋਂ ਉਤਾਰਤਾ। ਜਦੋਂ ਉਤਾਰਿਆ ਹੋਇਆ ਸੀ ਤਾਂ ਭੱਜਿਆ ਇੱਕ ਹੋਰ ਪੁਲਿਸ ਦਾ ਮੁਲਾਜ਼ਮ ਆਇਆ, ਉਹਨੂੰ ਕਹਿੰਦਾ ਵੀ ਅਬ ਮਾਸਕ ਲਾਓ ਜੀ ਤੁਸੀਂ। ਉਹਨੂੰ ਕਹਿ ਰਿਹਾ ਕਿ ਆਪਾਂ ਤਾਂ ਦੇਖ ਕੇ, ਆਪਾਂ ਤਾਂ ਲੋਕਾਂ ਦੇ ਲਵਾਉਣੇ ਨੇ, ਵੀ ਤੂੰ ਅਸੀਂ ਆਪਣਾ ਕਿਉਂ ਨਹੀਂ ਲਾਇਆ ਹੈਗਾ ਜੀ? ਉਹ ਕਹਿ ਰਿਹਾ ਵੀ ਸਰ ਮੈਂ ਵੀ ਮਾਸਕ ਤਾਂ ਲਾ ਲੈਣਾ, ਪਰ ਫਿਰ ਮੇਰੇ ਤੋਂ ਸੀਟ ਹੀ ਨਹੀਂ ਵੱਜਣੀ ਜੀ, ਕਿਉਂ ਮੈਂ ਟ੍ਰੈਫਿਕ ਨਹੀਂ ਲੰਘਾਉਣੀ ਆ। ਮੈਂ ਨੋਟ ਕਰ ਰਹੀ ਸੀ, ਮੈਂ ਕਿਹਾ ਇਹ ਵੀ ਬੰਦਾ ਸਹੀ ਕਹਿ ਰਿਹਾ ਵੀ ਮਾਸਕ ਲਾ ਕੇ ਸੀਟ ਹੀ ਨਹੀਂ ਵੱਜਣੀ, ਇਹ ਤੋਂ ਪ੍ਰੋਪਰ ਸਿਟੀ 'ਚ ਹਵਾ ਨਹੀਂ ਜਾਣੀ ਹੈਗੀ। ਮੈਂ ਕਿਹਾ ਇੱਥੇ ਇਹ ਵੀ ਸਹੀ ਆ। ਸਰਾਸਰ ਇਹ ਪਖੰਡ ਹੈ ਜੀ, ਕੋਈ ਕਰੋਨਾ ਨਹੀਂ ਹੈਗਾ। ਇਹ ਸਿਰਫ ਕਿਸਾਨਾਂ ਨੂੰ ਉੱਥੋਂ ਉਠਾਉਣ ਦੀਆਂ ਚਾਲਾਂ ਨੇ, ਜਿਹੜੀ ਖੇਡ ਰਹੀ ਹੈ ਸਰਕਾਰ ਸਾਡੇ ਨਾਲ। ਨਹੀਂ, ਜੇ ਕਰੋਨਾ ਹੈ, ਪਹਿਲਾਂ ਤਾਂ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਕਰੋਨਾ ਸਰਕਾਰ ਦਾ ਐਡਾ ਆਗਿਆਕਾਰੀ ਪੁੱਤ ਹੈ ਨਾ, ਰਾਤ ਨੂੰ 9 ਵਜੇ ਬਾਹਰ ਨਿਕਲਦਾ, ਸਾਰਾ ਦਿਨ ਕਰੋਨਾ ਨਹੀਂ ਬਾਹਰ ਨਿਕਲਦਾ, ਸਾਰਾ ਦਿਨ ਤਾਂ ਕਰੋਨਾ ਨਿਕਲਦਾ ਹੀ ਨਹੀਂ ਬਾਹਰ, ਰਾਤ ਨੂੰ 9 ਵਜੇ ਨਿਕਲਦਾ। ਜਿਹਨੇ ਮਾਸਕ ਲਾ ਲਿਆ ਉਹਦੇ ਤੋਂ ਦੂਰ ਰਹਿੰਦਾ ਏ, ਜਿਹੜੇ ਨੇ ਨਹੀਂ ਲਾਇਆ ਉਹਨੂੰ ਚਿੰਬੜ ਜਾਂਦਾ ਕੇ। ਹੋਰ ਗੱਲ, ਜਿੱਥੇ ਤਾਂ 20 ਬੰਦਿਆਂ ਦਾ ਇਕੱਠ ਹੈ, ਕੋਈ ਮਰਗਤ ਦਾ ਕੋਈ ਮਰਗਤ ਹੋ ਗਈ ਹੈ ਨਾ, ਉੱਥੇ 20 ਬੰਦੇ ਇਕੱਠੇ ਹੋਏ ਨੇ, ਉੱਥੇ ਕਰੋਨਾ ਨਹੀਂ ਪਹੁੰਚਦਾ। ਜਿੱਥੇ 21ਵਾਂ ਆ ਗਿਆ ਜਦੀ ਕਰੋਨਾ ਆ ਜਾਂਦਾ ਨਾਲ। ਜਿੱਥੇ 50 ਵਿਆਹ 'ਚ 50 ਬੰਦੇ ਪਹੁੰਚ ਗਏ, ਉੱਥੇ ਕਰੋਨਾ ਨਹੀਂ ਹੈਗਾ। ਜਿੱਥੇ 51ਵਾਂ ਬੰਦਾ ਸ਼ਾਮਿਲ ਹੋ ਗਿਆ, ਉੱਥੇ ਕਰੋਨਾ ਜੂ ਨਾਲ ਦੀ ਨਾਲ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਸਾਰਾ ਕਰੋਨਾ ਦਾ ਇਹ ਪਖੰਡ ਕੀਤਾ ਜਾ ਰਿਹਾ? ਬਿਲਕੁਲ ਬਿਲਕੁਲ ਬਿਲਕੁਲ, ਇਹ ਸਰਕਾਰ ਦੀ ਆਗਿਆਕਾਰੀ ਪੁੱਤ ਬਿਮਾਰੀ ਆ, ਜਿਹੜੇ ਸਰਕਾਰ ਦੇ ਅਨੁਸਾਰ ਚੱਲਦੀ ਆ। ਜਦੋਂ ਸਰਕਾਰ ਕਹੇ ਵੀ ਹੁਣ ਜਾ ਕੇ ਬੋਲ, ਹੁਣ ਬੋਲੂਗੀ, ਨਹੀਂ ਤਾਂ ਬੋਲੂ, ਕਿਆ ਫਾਇਦਾ ਜੀ ਇਸ ਗੱਲਾਂ ਦਾ? ਨਹੀਂ, ਜੇਕਰ ਸਰਕਾਰੀ ਸਕੂਲ ਬੰਦ ਕੀਤੇ ਜਾ ਸਕਦੇ, ਜਿਨ੍ਹਾਂ ਦੀ ਸਾਨੂੰ ਫਿਕਰ ਹੀ ਨਹੀਂ ਬੱਚਿਆਂ ਦੀ, ਨਾ ਐਜੂਕੇਸ਼ਨ ਦੀ ਸਰਕਾਰ ਨੂੰ ਫਿਕਰ ਨਹੀਂ, ਪਰ ਠੇਕਿਆਂ ਦੀ ਫਿਕਰ ਆ। ਠੇਕੇ ਖੁੱਲੇ ਨੇ ਜੀ ਦਿਨ ਰਾਤ, ਕਿਉਂ? ਠੇਕਿਆਂ ਤੋਂ ਸਰਕਾਰ ਨੂੰ ਇਨਕਮ ਹੋ ਰਹੀ ਆ, ਕੈਪਟਨ ਨੂੰ ਇਨਕਮ ਹੋ ਰਹੀ ਹੈ ਨਾ ਠੇਕੇ ਤੋਂ। ਤੇ ਰਹੀ ਗੱਲ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਹੁਤ ਸ਼ੁਕਰ ਕਰਦੀ ਹਾਂ ਵੀ ਰੱਬ ਨੇ ਨਾ ਮੇਰੀ ਸੁਣ ਲਈ। ਮੈਂ ਉਸ ਦਿਨ ਦਿੱਲੀ ਧਰਨੇ ਦੇ ਵਿੱਚ ਬਿਆਨ ਦੇ ਕੇ ਆਈ ਸੀ ਕਿ
ਜਿਹੜੇ ਮੰਤਰੀ ਕਹਿੰਦੇ ਨੇ ਨਾ ਵੀ ਕਰੋਨਾ ਇਹਨਾਂ ਦੇ ਬੱਚਿਆਂ ਨੂੰ ਹੋਵੇ, ਕਰੋਨਾ ਤੇ ਇਹਨਾਂ ਨੂੰ ਹੋਵੇ, ਤੇ ਰੱਬ ਨੇ ਮੇਰੀ ਸੁਣ ਲਈ, ਤੇ ਰੱਬ ਨੇ ਹੁਣ ਸੁਣ ਕੇ ਨਾ ਕਿਆ ਕੀਤਾ, ਸੁਖਬੀਰ ਸਿੰਘ ਬਾਦਲ ਨੂੰ ਤੇ ਮਨਪ੍ਰੀਤ ਬਾਦਲ ਨੂੰ ਹੋ ਗਿਆ ਕਰੋਨਾ। ਸਹੀ ਕਹਿ ਰਹੀ ਹਾਂ ਜੀ। ਔਰ ਦੇਖਦੇ ਜਾਇਓ ਹੌਲੀ ਹੌਲੀ ਸਾਰਿਆਂ ਨੂੰ ਹੋਊਗਾ। ਇਹਨਾਂ ਦੇ ਸਭ ਦੇ ਸੁੰਡ ਪੈਣਗੇ, ਕਿਉਂਕਿ ਕਹਿੰਦੇ ਕਿਸੇ ਨੂੰ ਤਪਾਇਆ ਕੀ ਸੁੱਖ ਪਾਇਆ। ਅੱਜ ਕਿਸਾਨਾਂ ਦੀ ਆਤਮਾ ਤੜਫ ਰਹੀ ਆ। ਉਹਨਾਂ ਮਾਵਾਂ ਨੂੰ ਜਾ ਕੇ ਉਹਨਾਂ ਦਾ ਦਰਦ ਪੁੱਛੋ ਜਿਨ੍ਹਾਂ ਦੇ ਪੁੱਤ 20 24 ਸਾਲ ਦੇ ਉੱਥੇ ਉਸ ਧਰਨੇ 'ਚ ਜਾਂਦੇ ਹੋਇਆ ਕੋਈ ਅਣਸੁਖਾਵੀ ਘਟਨਾ ਦਾ ਸ਼ਿਕਾਰ ਹੋ ਕੇ ਪੁੱਤ ਸ਼ਹੀਦ ਹੋ ਗਏ। ਉਸ ਮਾਵਾਂ ਨੂੰ ਉਹਨਾਂ ਦਾ ਦਰਦ ਪੁੱਛੋ ਜਾ ਕੇ। ਉਹਨਾਂ ਲਈ ਕੀ ਮਾਇਨੇ ਧਰਨਾ ਜਾਂ ਕੀ ਮਾਇਨੇ ਕਾਨੂੰਨ ਜਾਂ ਕੀ ਮਾਇਨੇ ਸਰਕਾਰ ਰੱਖਦੀ ਆ ਜਿਸ ਮਾਂ ਦਾ ਚਿਰਾਗ ਹੀ ਬੁਝ ਗਿਆ। ਉਸਦਾ ਜ਼ਿੰਦਗੀ ਖਤਮ ਹੋ ਗਈ, ਉਸਦਾ ਜ਼ਿੰਦਗੀ ਜਿਉਣ ਦਾ ਜ਼ਰੀਆ ਹੀ ਖਤਮ ਹੋ ਗਿਆ ਉਸ ਮਾਂ ਦਾ। ਉੱਥੇ ਸਾਡਾ ਸਾਰਾ ਕੁਝ ਡੈਫੀਨੇਸ਼ਨ ਸਾਰੀਆਂ ਖਤਮ ਹੋ ਜਾਂਦੀਆਂ ਨੇ ਜੀ। ਅੱਛਾ ਜਸਲੀਨ, ਬੜਾ ਬੇਬਾਕ ਬੋਲਦੇ ਹੋ, ਇਸੇ ਕਰਕੇ ਜਿਹੜੀ ਤੁਹਾਡੀ ਵੀਡੀਓਜ਼ ਬੜੇ ਚੱਲਦੇ ਨੇ, ਲੋਕ ਤੁਹਾਨੂੰ ਸੁਣਦੇ ਨੇ। ਕਿਤੇ ਨਾ ਕਿਤੇ ਹੋ ਸਕਦਾ ਵੀ ਕਿਤੇ ਨਾ ਕਿਤੇ ਬੇਬਾਕ ਬੋਲਣਾ ਗਲਤ ਵੀ ਪੈ ਸਕਦਾ। ਲੋਕ ਤੁਹਾਨੂੰ ਇਹ ਵੀ ਕਹਿੰਦੇ ਹੋਣਗੇ, ਕਈ ਲੋਕਾਂ ਦੀ ਧਮਕੀਆਂ ਵੀ ਆ ਸਕਦੀਆਂ ਨੇ, ਸਰਕਾਰੀ ਦਰਬਾਰੇ ਵੱਲੋਂ ਆ ਸਕਦੀਆਂ ਨੇ ਵੀ ਇਹ ਤੁਹਾਡੇ ਅਗੇਂਸਟ ਬੋਲਦੇ, ਇਹਨੂੰ ਚੱਕ ਲਓ। ਚੱਕੋ, ਦਿਨ ਰਾਤ ਚੱਕੋ, ਚੱਕਣ ਵਾਲੇ ਚੱਕਣ ਤਾਂ ਸਹੀ। ਇਹਨਾਂ ਨੂੰ ਨਾ ਮੈਂ ਰੱਬ ਤੋਂ ਚੁਕਵਾ ਦਾਂ ਫਿਰ ਮੈਨੂੰ ਜਸਲੀਨ ਕਹਿੰਦੇ ਪਟਿਆਲੇ ਵਾਲੀ। ਮੈਂ ਨਹੀਂ ਡਰਦੀ ਕਿਸੇ ਤੋਂ, ਜਿਹਨੇ ਚੱਕਣਾ। ਮੈਂ ਤਾਂ ਇੱਕ ਗੱਲ ਖੁੱਲਾ ਚੈਲੰਜ ਕਰਦੀ ਹੈ ਵੀ ਜੇ ਤੁਹਾਨੂੰ ਮੈਨੂੰ ਲੱਗਦਾ ਨਾ, ਕਹਿੰਦੇ ਸੱਚ ਤੇ ਕੱਚ ਹਮੇਸ਼ਾ ਚੁੱਭਦਾ ਏ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਸੱਚ ਬੋਲਦੀ ਹਾਂ, ਖਾਸ ਕਰਕੇ ਸਰਕਾਰ ਕੇ ਬੰਦਿਆਂ ਨੂੰ ਕਹਿੰਦੀ ਹਾਂ, ਸਰਕਾਰ ਦੇ ਬੰਦੇ ਨੂੰ, ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਸੱਚ, ਤਾਂ ਮੈਨੂੰ ਮਰਵਾ ਦੇਣਗੇ ਗੋਲੀ ਨਾਲ। ਇਹ ਤਾਂ ਚੱਲਦਾ ਹੀ ਆਇਆ ਜੀ ਸ਼ੁਰੂ ਤੋਂ, ਕਿਹੜਾ ਅੱਜ ਨਵਾਂ ਹੈ। ਹੁਣ ਤੁਹਾਨੂੰ ਡਰ ਨਹੀਂ ਲੱਗਦਾ ਫਿਰ ਜੇ ਤੁਹਾਨੂੰ ਗੋਲੀ ਨਾ ਚਕਵਾਤਾ? ਮੈਂ ਤਾਂ ਇੱਕ ਗੱਲ ਕਹਿੰਦੀ ਹਾਂ, ਮੈਨੂੰ ਗੋਲੀ ਮਾਰਨ ਵਾਲੇ ਜੀ ਸਦਕੇ ਗੋਲੀ ਮਾਰਿਓ, ਪਰ ਬਸ ਇੰਨਾ ਕੁ ਧਿਆਨ ਰੱਖਿਓ ਕਿਸੇ ਮਾਂ ਦਾ ਪੁੱਤ ਨਾ ਮੇਰੀ ਗੋਲੀ ਦਾ ਸ਼ਿਕਾਰ ਹੋ ਜੇ। ਮੇਰੇ ਮਾਰਦੇ ਕਿਸੇ ਸੁਹਾਗਣ ਦਾ ਪਤੀ ਨਾ ਸ਼ਿਕਾਰ ਹੋ ਜੇ। ਅੱਛਾ ਜਸਲੀਨ, ਜਾਂਦੇ ਮੈਂ ਇੱਕ ਜ਼ਰੂਰ ਸਵਾਲ ਕਰੂੰਗਾ ਵੀ ਕੀ ਲੱਗਦਾ ਕਿੰਨਾ ਕੁ ਟਾਈਮ ਹੋਰ ਜਿਹੜਾ ਦਿੱਲੀ ਦੇ ਬਰੂਹਾਂ ਤੇ ਲੱਗ ਸਕਦਾ ਕਿਸਾਨਾਂ ਨੂੰ? ਕਿਉਂਕਿ ਜਿਹੜਾ ਇੱਕ ਬਹੁਤ ਲੰਬਾ ਸਮਾਂ ਕੱਟਿਆ ਹੈ, ਸਰਦੀ ਕੱਟ ਲਈ, ਹੁਣ ਮੂਹਰੇ ਜਿਹੜਾ ਆ ਗਿਆ ਸਮਰ, ਕਹਿੰਦੇ ਨੇ ਗਰਮੀ। ਦੇਖੋ ਜੀ, ਜੇਕਰ ਮੈਂ ਉੱਥੇ ਬੈਠ ਕੇ ਧਰਨੇ ਤੇ ਬੈਠੇ ਕਿਸਾਨਾਂ ਦੀ ਗੱਲ ਕਰਾਂ ਨਾ ਕਿ ਉਹਨਾਂ ਨੇ ਸਰਦੀ ਕੱਟੀ, ਗਰਮੀ ਕੱਟੀ, ਇਹ ਦੇਖੋ ਇਹ ਤਾਂ ਜ਼ਿੰਦਗੀ ਆ ਜੀ। ਇਹਦੇ ਵਿੱਚ ਸੰਘਰਸ਼ ਨੂੰ ਹੀ ਜ਼ਿੰਦਗੀ ਕਿਹਾ ਜਾਂਦਾ ਹੈ। ਤੇ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਸਿਖਾਇਆ ਹੀ ਇਹ ਸੀ। ਜੇ ਮੈਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਗੱਲ ਕਰਾਂ ਨਾ, ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜ ਜਾਂਦਾ ਬਾਬਾ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਨਾ। ਤੇ ਮਹਾਰਾਜ ਜੀ ਕਹਿੰਦੇ ਨੇ 3-4 ਵੱਜ ਗਏ ਸਵੇਰ ਦਾ ਟਾਈਮ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਕਹਿੰਦੇ ਸਿੰਘੋ ਆਸਾ ਦੀ ਵਾਰ ਦਾ ਕੀਰਤਨ ਕਰੋ। ਅੱਤ ਦੀ ਸਰਦੀ ਪੈ ਰਹੀ ਆ, ਉੱਪਰ ਲੈਣ ਨੂੰ ਕੋਈ ਕੱਪੜਾ ਨਹੀਂ ਹੈਗਾ ਨਾ, ਤੁਸੀਂ ਉਹਦੇ 'ਚ ਇੱਕ ਜੰਗਲ 'ਚ ਬੈਠੇ ਹੋ ਤੇ ਤੁਹਾਡੇ ਜਿਹੜਾ ਪਰਿਵਾਰ ਆ ਉਹ ਵਿਛੜ ਜਾਂਦਾ ਏ, ਤੁਹਾਡੇ ਜਿਹੜੇ ਬੱਚੇ ਨੇ, ਤੁਹਾਡੀ ਫੈਮਿਲੀ ਹੈ ਤੁਹਾਡੇ ਕੋਲ ਨਹੀਂ ਹੈਗੀ, ਫਿਰ ਵੀ ਕਹਿੰਦੇ ਆ ਕਿ ਨਹੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ, ਟਾਈਮ ਹੋ ਗਿਆ। ਤਾਂ ਮੈਂ ਤਾਂ ਇਹ ਸੋਚਦੀ ਹਾਂ ਨਾ ਕਿ ਅਸੀਂ ਡਰਨ ਵਾਲੇ ਨਹੀਂ ਹੈਗੇ ਪੰਜਾਬੀ, ਅਸੀਂ ਤਾਂ ਡਰਾਉਣ ਵਾਲੀ ਕੌਮ ਆ। ਇਹ ਤਾਂ ਬੱਬਰ ਸ਼ੇਰਾਂ ਦੀ ਕੌਮ ਹੈ ਜੀ। ਇਹ ਤਾਂ ਉਹਨਾਂ ਦੇ ਵਾਰਿਸ, ਉਹਨਾਂ ਦੇ ਬੱਚੇ ਨੇ। ਕਹਿੰਦੇ 1.25 ਲੱਖ ਸੇ ਇੱਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀਗੇ, ਉਹਨਾਂ ਨੇ ਤਾਂ 1.25 ਲੱਖ ਨਾਲ ਲੜ ਕੇ ਦਿਖਾਤਾ ਜੀ। ਤਾਂ ਕਿੰਨੇ ਕੁ ਜਾਣੇ ਨੇ, ਅਸੀਂ ਨਹੀਂ ਡਰਦੇ ਹੈਗੇ। ਕੋਈ ਗੱਲ ਨਹੀਂ, 24 ਤੱਕ ਚੱਲਣਾ, 24 ਤੱਕ ਚੱਲੇ। ਪਰ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਆ ਵੀ ਹੁਣ ਸੁਧਰ ਜੋ, ਬਾਈ ਆ ਗਿਆ। ਹੁਣ ਨਾ ਇਹਨਾਂ ਦੇ ਲਾਰਿਆਂ 'ਚ ਆ ਜਾਓ ਵੀ ਲੈਪਟਾਪ ਦੇਤਾ ਜੀ, ਫਲਾਣਾ ਦੇਤਾ ਜੀ। ਕੀ ਕਰਨੀਆਂ ਨੇ ਸ਼ਗਨ ਸਕੀਮਾਂ ਸੀ ਨੇ, ਕੀ ਕਰਨੇ ਨੇ ਲੈਪਟਾਪ, ਕੀ ਕਰਨੇ ਨੇ ਸਮਾਰਟ ਸਕੂਲ, ਫਲਾਣਾ ਜੀ, ਟਿਮਕਾ ਜੀ, ਉਹ ਕਾਰਡ ਜੀ। ਅਖੇ ਜਿਹੜਾ ਬੰਦਾ ਗੁਟਕਾ ਸਾਹਿਬ ਦੀ ਕਸਮ ਖਾ ਕੇ ਮੁੱਕਰ ਸਕਦਾ ਨਾ ਵੀ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ, ਅੱਜ ਤੱਕ ਉਸ ਬੰਦੇ ਤੋਂ ਸਵਾਹ ਨਹੀਂ ਉੱਡੀ। ਮੈਂ ਤਾਂ ਉਸ ਇਨਸਾਨ ਨੂੰ ਬੰਦਾ ਹੀ ਨਹੀਂ ਸਮਝਦੀ ਜੀ। ਮੈਂ ਤੁਹਾਨੂੰ ਗਧਿਆਂ ਦੀ ਗਿਣਤੀ 'ਚ ਸਮਝਦੀ ਹਾਂ, ਮੈਂ ਤੁਹਾਨੂੰ ਬੰਦਾ ਹੀ ਨਹੀਂ ਸਮਝਦੀ ਜੀ। ਸੱਚ ਤਾਂ ਇਹ ਆ। ਔਰ ਮੈਂ ਇਹਨਾਂ ਮੰਤਰੀਆਂ ਨੂੰ ਜਿਹੜੇ ਅਕਾਲੀ ਛੱਡ ਭਾਜਪਾ ਛੱਡ ਕਾਂਗਰਸ ਛੱਡ ਹੋਰ ਕਿਸੇ ਪਾਰਟੀ 'ਚ ਰਲ ਜਾਂਦੇ ਨੇ, ਮੈਂ ਤਾਂ ਇਹਨਾਂ ਨੂੰ ਵੀ ਨਹੀਂ ਸਮਝਦੀ। ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਕੁਝ ਕੁ % ਤੱਕ ਹੱਕ ਸੱਚ ਦੀ ਸੱਚੇ ਮੰਨਦੀ ਹਾਂ। ਜੇਕਰ ਉਹਨਾਂ ਦੇ ਵਿੱਚ ਵੀ ਕੋਈ ਐਸਾ ਬੰਦਾ ਇਹਨਾਂ ਦੇ ਕੋਈ ਟੱਕਰੂਗਾ, ਮੈਂ ਉਹਨੂੰ ਵੀ ਨਹੀਂ ਛੱਡਣਾ, ਮੈਂ ਉਹਨਾਂ 'ਤੇ ਵੀ ਲਾ ਦੂੰਗੀ ਤਵਾ ਫਿਰ ਨਾਲ ਦੀ ਨਾਲ। ਕਿਉਂਕਿ ਮੈਂ ਸੱਚ ਬੋਲਣਾ ਤਾਂ ਮੈਂ ਆਪਣੀ ਜ਼ਿੰਦਗੀ 'ਚ ਸੋਚਿਆ ਮੈਂ ਸੱਚ ਹੀ ਬੋਲਣਾ ਹਮੇਸ਼ਾ, ਕਦੇ ਨਹੀਂ ਝੂਠ ਬੋਲਣਾ ਹੈਗਾ। ਪਹਿਲਾਂ ਨਾ ਕਿੰਨੇ ਕੁ ਦਾ ਰਾਸ਼ਨ ਆ ਜਾਂਦਾ ਸੀ ਮਹੀਨੇ ਦੇ ਵਿੱਚ ਨਾ, ਜ਼ੋਰ ਲਾ ਕੇ 800-900 ਹਜ਼ਾਰ ਰੁਪਏ ਦਾ ਰਾਸ਼ਨ ਆ ਜਾਂਦਾ ਸੀ, ਜਿਹਦੇ ਨਾਲ ਇੱਕ ਚਾਰ ਪਰਿਵਾਰ ਦੇ 4-5 ਮੈਂਬਰ ਆਸਾਨੀ ਨਾਲ ਖਾ ਲੈਂਦੇ ਸੀ ਨਾ। ਅੱਜ ਨਾ ਜੀ ਜਿਹੜਾ ਤੇਲ 70 ਰੁਪਏ ਦਾ ਰਿਫਾਈਨਡ ਤੇਲ ਸੀ ਨਾ, ਉਹ 135 ਰੁਪਏ ਹੋ ਗਿਆ। ਸਰੋਂ ਦਾ ਤੇਲ ਜਾਂ ਦੂਜਾ ਕਹਿ ਲਓ ਜਿਹੜੀ 60-70 ਰੁਪਏ ਕਿਲੋ ਦਾਲ ਸੀਗੀ, ਅੱਜ ਉਹ ਦਾਲ 110-20 ਰੁਪਏ ਕਿਲੋ ਹੋ ਗਈ। ਚੀਨੀ ਜਿਹੜੀ ਕਦੇ 22 ਰੁਪਏ 24 ਰੁਪਏ ਸੀ, ਅੱਜ 44 ਰੁਪਏ ਰੇਟ ਚੀਨੀ ਦਾ ਹੈ। ਜਿਹੜਾ ਕਦੇ ਪੈਟਰੋਲ ਡੀਜ਼ਲ 50-52 ਰੁਪਏ ਸੀ, ਅੱਜ 92 ਰੁਪਏ ਲੀਟਰ ਹੈ।
ਕਿੱਥੋਂ ਕਰ ਲਾਂਗੇ ਕਮਾਈਆਂ ਸੀ? ਕਿਹੜੇ ਦੇਸ਼ ਤਰੱਕੀ ਦੀ ਰਾਹ ਦੀ ਗੱਲਾਂ ਕਰਦੇ ਆ ਜਿੱਥੇ ਇੱਕ ਸਰਕਾਰੀ ਬੈਂਕ 'ਚ ਨਾ ਇੱਕ ਪੈਨ ਨੂੰ ਛੋਟੀ ਜਿਹੀ ਰੱਸੀ ਪਾ ਕੇ ਰੱਖਣੀ ਪੈਂਦੀ ਆ ਨਾ, ਕਿਤੇ ਜਨਤਕ ਪਲੇਸ ਤੇ ਇੱਕ ਵਾਟਰ ਕੂਲਰ ਲੱਗਿਆ ਹੋਵੇ ਨਾ ਜੀ, ਉਹਨੂੰ ਗਲਾਸ ਨੂੰ ਸੰਗਲੀ ਪਾ ਕੇ ਰੱਖਿਆ ਹੋਵੇ, ਉਹ ਡਿਜੀਟਲ ਇੰਡੀਆ ਦੀ ਗੱਲ ਕਰਦੇ ਆ ਜੀ ਅਸੀਂ। ਲਾਹਣਤ ਹੈ। ਅਕਸਰ ਜਾਣੇ ਜਾਂਦੇ ਨੇ ਆਪਣੇ ਬੇਬਾਕ ਬੋਲਣ ਦੇ ਕਾਰਨ, ਤੇ ਅੱਜ ਵੀ ਬੇਬਾਕ ਬੋਲਦੇ ਨੇ ਤੇ ਬੋਲਦੇ ਰਹਿਣਗੇ, ਜਿਨ੍ਹਾਂ ਦਾ ਕਹਿਣਾ ਹੈ ਵੀ ਜੇ ਕੋਈ ਵੀ ਜੇ ਜ਼ਬਰ ਜ਼ੁਲਮ ਹੋਊਗਾ ਉਹਨਾਂ ਦੇ ਖਿਲਾਫ ਆਵਾਜ਼ ਖੜੀ ਕਰਦੇ ਰਹਿਣਗੇ, ਤੇ ਇਸੇ ਕਰਕੇ ਸ਼ਾਇਦ ਇਹ ਚਰਚਾ ਦੇ ਵਿੱਚ ਰਹਿੰਦੇ ਨੇ ਆਪਣੇ ਬੇਬਾਕ ਬੋਲਣ ਕਰਕੇ। ਕਿਸੇ ਦਾ ਡਰ ਨਹੀਂ, ਚਾਹੇ ਕੈਮਰਾ ਹੋਵੇ ਚਾਹੇ ਮੂੰਹ ਤੇ ਇਹਨਾਂ ਨੂੰ ਕਿਸੇ ਦੇ ਕਹਾ ਦਿਓ, ਜੇ ਬੰਦਾ ਗਲਤੀ ਕਰੂਗਾ ਤਾਂ ਬੇਬਾਕ ਹੋ ਕੇ ਬੋਲਦੇ ਨੇ। ਉਮੀਦ ਕਰਦੇ ਹਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹੋ ਜਿਹੀਆਂ ਹੋਰ ਵੀਡੀਓਜ਼ ਲੈ ਕੇ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਨਿਰਪੱਖ ਪੋਸਟ ਚੈਨਲ। ਧੰਨਵਾਦ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।